ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਆਪਾਂ ਸਾਧਨਾ ਦੇ ਗਹਿਰੇ ਤਲਾਂ ਵਿੱਚ ਪ੍ਰਵੇਸ਼ ਕਰੀਏ। ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰਾਣ ਊਰਜਾ ਤੋਂ ਕਿ ਪ੍ਰਾਣ ਊਰਜਾ ਕੀ ਹੈ ਅਤੇ ਉਸ ਦੇ ਸਰੋਤ ਕੀ ਹਨ। ਜਦੋਂ ਵੀ ਕੋਈ ਮਨੁੱਖ ਯੁਕਤੀ ਦੇ ਅਨੁਸਾਰ ਧਿਆਨ ਸਿਮਰਨ ਕਰੇਗਾ, ਕੁਝ ਹੀ ਦਿਨਾਂ ਦੇ ਵਿੱਚ ਇਸ ਪ੍ਰਾਣ ਊਰਜਾ ਨੇ ਪ੍ਰਗਟ ਹੋ ਜਾਣਾ ਹੈ। ਜਿਸ ਤਰ੍ਹਾਂ ਆਪਾਂ ਦਹੀਂ ਨੂੰ ਰਿੜਕਦੇ ਹਾਂ ਦੋ ਰੱਸੀਆਂ ਦੀ ਮਦਦ ਦੇ ਨਾਲ, ਉਸੇ ਹੀ ਤਰ੍ਹਾਂ ਈੜਾ ਤੇ ਪਿੰਗਲਾ ਨਾਲ ਅਸੀਂ ਸੁਖਮਨਾ ਤੱਤ ਨੂੰ ਰਿੜਕਦੇ ਹਾਂ। ਜਦੋਂ ਅਸੀਂ ਨਾਮ ਅਭਿਆਸ ਦੇ ਰਾਹੀਂ ਬਾਰ-ਬਾਰ ਆਪਣੀ ਸੁਰਤੀ ਨੂੰ ਨਿਰਵਿਚਾਰ ਅਵਸਥਾ ਵਿੱਚ ਲੈ ਕੇ ਜਾਣ ਦੇ ਲਈ ਕੋਸ਼ਿਸ਼ ਕਰਦੇ ਹਾਂ ਤਾਂ ਆਟੋਮੈਟਿਕਲੀ ਹੀ ਕੁਝ ਦਿਨਾਂ ਬਾਅਦ ਸੁਖਮਨਾ ਨੇ ਪ੍ਰਗਟ ਹੋ ਜਾਣਾ ਹੈ। ਸੁਖਮਨਾ ਨਾੜੀ ਤੋਂ ਭਾਵ ਜਦੋਂ ਸਾਡੇ ਸਵਾਸ ਦੋਨੋਂ ਨਾਸਕਾਂ ਦੇ ਰਾਹੀਂ ਚੱਲਣੇ ਸ਼ੁਰੂ ਹੋ ਜਾਣ ਤਾਂ ਉਸ ਵੇਲੇ ਸੁਖਮਨਾ ਨਾੜੀ ਐਕਟੀਵੇਟ ਹੋ ਜਾਂਦੀ ਹੈ। ਜਦੋਂ ਸੁਖਮਨਾ ਨਾੜੀ ਐਕਟੀਵੇਟ ਹੋਏਗੀ ਤਾਂ ਆਪ ਜੀ ਦੇ ਸਰੀਰ ਨੂੰ ਝਟਕੇ ਲੱਗਣਗੇ। ਕੁਝ ਦਿਨਾਂ ਬਾਅਦ ਇਸ ਪ੍ਰਕਾਸ਼ ਨੇ ਸਿੱਧਾ ਖੋਪੜੀ ਦੇ ਨਾਲ ਉੱਪਰ ਟਕਰਾ ਕੇ ਅੱਗੇ ਮੱਥੇ ਦੇ ਨਾਲ ਟਕਰਾ ਕੇ ਜਿੱਥੇ ਦੋ ਭਰਵੱਟੇ ਹਨ ਉੱਥੇ ਥੋੜ੍ਹੀ ਜਿਹੀ ਹੱਡੀ ਦਾ ਆਕਾਰ ਅੰਦਰ ਨੂੰ ਵਧਿਆ ਹੋਇਆ ਹੈ, ਉਸ ਦੇ ਨਾਲ ਟਕਰਾ ਕੇ 1 ਇੰਚ ਅੰਦਰ ਜਾ ਕੇ ਰੁਕ ਜਾਣਾ ਹੈ। ਉਸ ਜਗ੍ਹਾ 'ਚ ਤੀਜੇ ਨੇਤਰ ਦਾ ਪਹਿਲਾ ਚੱਕਰ ਹੈ। ਕੁਝ ਦਿਨ ਇੱਥੇ ਲਗਾਤਾਰ ਸੁਖਮਨਾ ਦਾ ਪ੍ਰਕਾਸ਼ ਪ੍ਰਵੇਸ਼ ਕਰੇਗਾ। ਜਦੋਂ ਸਾਡੀ ਸੱਜੀ ਨਾਸਿਕਾ ਚੱਲਦੀ ਹੈ ਤਾਂ ਉਦੋਂ ਈੜਾ ਸ਼ਕਤੀ ਚੱਲਦੀ ਹੈ। ਜਦੋਂ ਸਾਡੀ ਖੱਬੀ ਨਾਸਿਕਾ ਚੱਲਦੀ ਹੈ ਤਾਂ ਉਦੋਂ ਪਿੰਗਲਾ ਸ਼ਕਤੀ ਚੱਲਦੀ ਹੈ। ਈੜਾ ਸ਼ਕਤੀ ਦਾ ਨਿਵਾਸ ਕੇਂਦਰ ਸਾਡੀ ਖੱਬੀ ਵੱਖੀ ਦੇ ਵਿੱਚ ਹੈ। ਪਿੰਗਲਾ ਸ਼ਕਤੀ ਦਾ ਨਿਵਾਸ ਸਾਡੀ ਸੱਜੀ ਵੱਖੀ ਦੇ ਵਿਚਕਾਰ ਹੈ। ਸੋ ਆਪ ਜੀ ਨੇ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਸਮਝ ਲੈਣਾ ਹੈ। ਈੜਾ ਨਾੜੀ ਠੰਡੀ ਠਾਰ ਹੈ, ਪਿੰਗਲਾ ਨਾੜੀ ਗਰਮ ਹੈ, ਸੁਖਮਨਾ ਨਾੜੀ ਨਾ ਤਾਂ ਗਰਮ ਹੈ ਨਾ ਹੀ ਠੰਡੀ ਹੈ। ਅਧਿਆਤਮਿਕ ਜੀਵਨ ਦੀ ਜੋ ਪ੍ਰਾਪਤੀ ਹੈ ਉਹ ਹੈ ਆਪਣੇ ਸਰੀਰ ਨੂੰ ਸੁਖਮਨਾ ਨਾੜੀ ਦੇ ਰਾਹੀਂ ਚਲਾਉਣਾ। ਸੁਖਮਨਾ ਨਾੜੀ ਕੀ ਹੈ? ਉਸ ਦੇ ਨਾਲ ਜਦੋਂ ਅਸੀਂ ਆਪਣੇ ਮਸਤਕ ਨੂੰ ਚਲਾਉਂਦੇ ਹਾਂ ਤੇ ਸਾਡਾ ਜੀਵਨ ਆਪਣੇ ਆਪ ਹੀ ਪਰਮ ਜੀਵਨ ਦੇ ਵਿੱਚ ਹੌਲੀ-ਹੌਲੀ ਕਰਕੇ ਪਰਿਵਰਤਨ ਹੋ ਜਾਂਦਾ ਹੈ। ਸਧਾਰਨ ਮਨੁੱਖ ਈੜਾ ਤੇ ਪਿੰਗਲਾ ਦੇ ਅਧੀਨ ਆਪਣਾ ਜੀਵਨ ਬਤੀਤ ਕਰਦਾ ਹੈ। ਈੜਾ ਨਾੜੀ ਤੇ ਪਿੰਗਲਾ ਨਾੜੀ ਦੋਨੋਂ ਬਹੁਤ ਹੀ ਚੰਚਲ ਹਨ। ਇਸ ਕਰਕੇ ਮਨੁੱਖ ਦਾ ਮਨ ਇੱਕ ਥਾਂ ਤੇ ਟਿਕਦਾ ਨਹੀਂ, ਉਹ ਥਾਂ-ਥਾਂ ਤੇ ਭੱਜਦਾ ਰਹਿੰਦਾ ਹੈ। ਕਹਿਣ ਤੋਂ ਭਾਵ ਈੜਾ ਚੱਲੇ ਜਾਂ ਪਿੰਗਲਾ ਚੱਲੇ ਤਾਂ ਮਨ ਨੇ ਪੰਜਾਂ ਔਗਣਾਂ ਦਾ ਸਾਥ ਨਹੀਂ ਛੱਡਣਾ। ਅਧਿਆਤਮਿਕ ਜੀਵਨ ਵਿੱਚ ਆਪਣੇ ਮਨ ਨੂੰ ਵਸ ਕਰ ਲੈਣਾ ਕੋਈ ਆਸਾਨ ਕਾਰਜ ਨਹੀਂ ਹੈ। ਮਨ ਨੂੰ ਵਸ ਵਿੱਚ ਕਰਨ ਦੇ ਲਈ ਇਹਨਾਂ ਸ਼ਕਤੀਆਂ ਦੀ ਇੱਕ ਪ੍ਰੋਪਰ ਮਿਕਦਾਰ ਦੇ ਵਿੱਚ ਲੋੜ ਪੈਂਦੀ ਹੈ। ਸਾਧਨਾ ਦੇ ਰਾਹੀਂ ਅਸੀਂ ਉਸ ਸ਼ਕਤੀ ਨੂੰ ਜਗਾ ਕੇ ਫਿਰ ਉਸ ਦਾ ਬੈਲੈਂਸ ਕਰਦੇ ਹਾਂ। ਇਸੇ ਹੀ ਸ਼ਕਤੀ ਦੀ ਮਦਦ ਦੇ ਨਾਲ ਅਸੀਂ ਸੁਰਤੀ ਨੂੰ ਆਤਮ ਤੱਤ ਵਿੱਚ ਲੀਨ ਕਰ ਸਕਦੇ ਹਾਂ। ਹੋਰ ਕੋਈ ਵੀ ਤਰੀਕਾ ਨਹੀਂ ਹੈ। ਜਦੋਂ ਆਪ ਨੇ ਸਾਧਨਾ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸੁਖਮਨਾ ਨਾੜੀ ਨੇ ਪ੍ਰਕਾਸ਼ ਨੂੰ ਪ੍ਰਗਟ ਕਰਨਾ ਹੈ। ਇਸ ਪ੍ਰਕਾਸ਼ ਦਾ ਪਹਿਲਾ ਚੱਕਰ ਹੈ ਮੂਲਾਧਾਰ। ਮੂਲਾਧਾਰ ਜੋ ਹੈ ਉਹ ਹੈ ਜਨਨ ਇੰਦਰੀ ਅਤੇ ਰੀੜ੍ਹ ਦੀ ਹੱਡੀ ਦੇ ਵਿਚਕਾਰ ਵਾਲੀ ਜਗ੍ਹਾ। ਜ਼ਿਆਦਾਤਰ ਇਹ ਰੀੜ੍ਹ ਦੀ ਹੱਡੀ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ। ਇਸ ਜਗ੍ਹਾ ਤੋਂ ਇਹ ਪ੍ਰਕਾਸ਼ ਰੀੜ੍ਹ ਦੀ ਹੱਡੀ ਦੇ ਬਾਹਰ ਦੀ ਉੱਪਰ ਵੱਲ ਨੂੰ ਟਰੈਵਲ ਕਰਦਾ ਹੋਇਆ ਤੀਜੇ ਨੇਤਰ ਵਿੱਚ ਪਹੁੰਚ ਜਾਵੇਗਾ। ਇਸ ਪ੍ਰਕਾਸ਼ ਨੇ ਤੀਜੇ ਨੇਤਰ ਵਿੱਚ ਈੜਾ ਤੇ ਪਿੰਗਲਾ ਰੂਪੀ ਜੋ ਨਾੜੀਆਂ ਹਨ ਉਸ ਦੇ ਰਸਤੇ ਨੂੰ ਸਾਫ਼ ਕਰਨਾ ਹੈ। ਕੁਝ ਹੀ ਦਿਨਾਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਈੜਾ ਤੇ ਪਿੰਗਲਾ ਨਾੜੀ ਦਾ ਪ੍ਰਕਾਸ਼ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ ਹੈ। ਜਦੋਂ ਵੀ ਈੜਾ ਤੇ ਪਿੰਗਲਾ ਨਾੜੀ ਦਾ ਪ੍ਰਕਾਸ਼ ਉੱਪਰ ਨੂੰ ਟਰੈਵਲ ਕਰੇਗਾ, ਸਰੀਰ ਦੇ ਅੰਦਰ ਨਾਭੀ ਚੱਕਰ ਦੇ ਵਿੱਚ ਇੱਕ ਛੋਟਾ ਜਿਹਾ ਐਨਰਜੀ ਦਾ ਵਿਸਫੋਟ ਹੋਵੇਗਾ। ਸੁਖਮਨਾ ਨਾੜੀ ਈੜਾ ਤੇ ਪਿੰਗਲਾ ਦਾ ਇੰਤਜ਼ਾਰ ਕਰਦੀ ਹੈ। ਇਹ ਤਿੰਨੇ ਨਾੜੀਆਂ ਦਾ ਪ੍ਰਕਾਸ਼ ਇੱਕ ਉੱਥੇ ਮਸਤਕ ਦੇ ਅੰਦਰ ਇੱਕ ਨੇਤਰ ਹੈ, ਉਸ ਨੂੰ ਤੀਜਾ ਨੇਤਰ ਕਿਹਾ ਗਿਆ ਹੈ। ਇਹ ਤੀਜੇ ਨੇਤਰ ਨੂੰ ਐਕਟੀਵੇਟ ਕਰਨ ਦੇ ਲਈ ਇਹ ਤਿੰਨ ਚਾਬੀਆਂ ਆਪੋ ਆਪਣਾ ਕਾਰਜ ਕਰਦੀਆਂ ਹਨ।
ਉਹ ਸੂਖਮ ਨੇਤਰ ਹੈ, ਇਹ ਪ੍ਰਕਾਸ਼ ਵੀ ਸੂਖਮ ਹੈ, ਪਰ ਸਰੀਰਕ ਤੌਰ 'ਤੇ ਤੁਹਾਨੂੰ ਪਤਾ ਲੱਗੇਗਾ ਕਿ ਜੁਗਨੂਆਂ ਦੇ ਵਾਂਗੂ ਲੱਖਾਂ ਕਰੋੜਾਂ ਪ੍ਰਕਾਸ਼ ਦੇ ਕਣ ਥੱਲੋਂ ਨਾਭੀ ਚੱਕਰ ਤੋਂ ਉੱਪਰ ਵੱਲ ਨੂੰ ਜਾਣੇ ਸ਼ੁਰੂ ਹੋ ਗਏ ਹਨ। ਇਸ ਪ੍ਰਕਾਸ਼ ਦਾ ਅਨੁਭਵ ਕਿਤੇ ਤੱਤਾ ਲੱਗੇਗਾ, ਕਿਤੇ ਠੰਡਾ ਲੱਗੇਗਾ, ਤੇ ਕਈ ਵਾਰ ਨਾ ਤੇ ਤੱਤਾ ਤੇ ਨਾ ਹੀ ਠੰਡਾ ਲੱਗੇਗਾ। ਮਨ ਅਤੇ ਸੁਰਤੀ ਨੂੰ ਉਹਨਾਂ ਚਿਰ ਤੱਕ ਆਪਣੇ ਕਾਬੂ ਵਿੱਚ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਉਹਨਾਂ ਦੇ ਪ੍ਰਚੰਡ ਰੂਪ ਦੇ ਵਿੱਚ ਪ੍ਰਗਟ ਨਹੀਂ ਕਰ ਲਿਆ ਜਾਂਦਾ। ਇਹਨਾਂ ਤਿੰਨਾਂ ਸ਼ਕਤੀਆਂ ਨੂੰ ਜਗਾਉਣ ਦਾ ਇੱਕੋ ਹੀ ਆਸਾਨ ਤਰੀਕਾ ਹੈ, ਉਹ ਹੈ ਨਾਮ। ਆਪਨੇ ਆਪਣੇ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਇੱਕ ਸਵਾਸ ਦੇ ਵਿੱਚ ਕੇਵਲ ਇੱਕੋ ਵਾਰੀ ਕਰਨਾ ਹੈ। ਕੁਝ ਹੀ ਦਿਨਾਂ ਬਾਅਦ ਇਸ ਪ੍ਰਕਾਸ਼ ਦੇ ਅੰਦਰ ਹਲਚਲ ਹੋਣੀ ਸ਼ੁਰੂ ਹੋ ਜਾਵੇਗੀ। 10 ਮਿੰਟ ਤੋਂ ਜ਼ਿਆਦਾ ਵਾਹਿਗੁਰੂ ਸ਼ਬਦ ਦਾ ਉਚਾਰਨ ਨਹੀਂ ਕਰਨਾ ਹੈ। 10 ਮਿੰਟ ਕਰਕੇ ਤੁਸੀਂ ਚੁੱਪ ਹੋ ਜਾਣਾ ਹੈ। ਧਿਆਨ ਆਪਣਾ ਅੰਤਰਮੁਖੀ ਰੱਖਣਾ ਹੈ, ਮੱਥੇ ਦੇ ਵਿਚਕਾਰ 1 ਇੰਚ ਅੰਦਰ। ਜਦੋਂ ਸਵਾਸ ਬਾਹਰ ਕੱਢਣੇ ਹਨ ਉਦੋਂ ਹੀ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਜਦੋਂ ਸਵਾਸ ਅੰਦਰ ਖਿੱਚਣੇ ਹਨ ਉਦੋਂ ਕਿਸੇ ਵੀ ਸ਼ਬਦ ਦਾ ਉਚਾਰਨ ਨਹੀਂ ਕਰਨਾ ਹੈ। ਵਾਹਿਗੁਰੂ ਸ਼ਬਦ ਦਾ ਉਚਾਰਨ ਇੱਕੋ ਸਾਥ ਕਰਨਾ ਹੈ। ਵਾਹਿਗੁਰੂ ਸ਼ਬਦ ਨੂੰ ਤੋੜਨਾ ਨਹੀਂ ਹੈ। ਵਾਹਿਗੁਰੂ। ਜਿੰਨੀ ਸਵਾਸ ਤੁਹਾਡੀ ਲੰਮੀ ਹੈ ਉਨੀ ਚਿਰ ਤੱਕ ਵਾਹਿਗੁਰੂ ਦਾ ਉਚਾਰਨ ਕਰਦੇ ਹੀ ਜਾਣਾ ਹੈ। ਅੰਤਰਮੁਖ ਹੋ ਕੇ ਜਦੋਂ ਵੀ ਅਸੀਂ ਪਰਮਾਤਮਾ ਦੇ ਗਾੜੀ ਅਰਦਾਸ ਕਰਦੇ ਹਾਂ ਤਾਂ ਨਾਮ ਰੂਪੀ ਦਾਤ ਪਰਮਾਤਮਾ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ। ਜਦੋਂ ਅਸੀਂ ਕਿਸੇ ਪਹਾੜ ਦੀ ਚੋਟੀ ਵੱਲ ਗਤੀ ਕਰਦੇ ਹਾਂ, ਜਿਵੇਂ ਜਿਵੇਂ ਅਸੀਂ ਉੱਪਰ ਵੱਧਦੇ ਹਾਂ ਉੱਪਰ ਜਗ੍ਹਾ ਘਟਦੀ ਜਾਂਦੀ ਹੈ। ਇਸ ਨਾਲ ਕੀ ਹੋਵੇਗਾ ਕਿ ਪਹਾੜ ਦੀ ਯਾਤਰਾ ਹੋਰ ਮੁਸ਼ਕਲ ਹੋ ਜਾਂਦੀ ਹੈ। ਸੋ ਅਗਰ ਅਸੀਂ ਪਹਾੜ ਦੀ ਚੋਟੀ ਉੱਪਰ ਜਾਣਾ ਹੈ ਤਾਂ ਸਾਨੂੰ ਫਾਲਤੂ ਦੀਆਂ ਚੀਜ਼ਾਂ ਨੂੰ ਆਪਣੇ ਤੋਂ ਅਲੱਗ ਕਰਨਾ ਪਵੇਗਾ ਤਾਂ ਜੋ ਯਾਤਰਾ ਆਸਾਨੀ ਨਾਲ ਪੂਰੀ ਕੀਤੀ ਜਾ ਸਕੇ। ਜਿਸ ਤਰ੍ਹਾਂ ਉਚਾਈ ਤੋਂ ਥੱਲੇ ਵੱਲ ਉਤਰਨਾ ਬਹੁਤ ਆਸਾਨ ਹੈ, ਜਦ ਕਿ ਅਸੀਂ ਉਚਾਈ ਦੇ ਉੱਪਰ ਜਾਣਾ ਹੋਵੇ ਤਾਂ ਯਾਤਰਾ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ। ਇਸੇ ਹੀ ਤਰ੍ਹਾਂ ਪਰਮਾਤਮਾ ਤੋਂ ਦੂਰ ਜਾਣਾ ਬਹੁਤ ਆਸਾਨ ਹੈ। ਪਰਮਾਤਮਾ ਦੇ ਵੱਲ ਗਤੀ ਕਰਨ ਲਈ ਸਾਨੂੰ ਸ਼ਕਤੀ ਲਗਾਉਣੀ ਪੈਂਦੀ ਹੈ। ਜਦੋਂ ਅਸੀਂ ਪਰਮਾਤਮਾ ਦੇ ਵੱਲ ਗਤੀ ਕਰਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਜੋ ਸੰਘਰਸ਼ ਹੈ ਉਹ ਥੋੜ੍ਹਾ ਵੱਧ ਜਾਂਦਾ ਹੈ, ਕਿਉਂਕਿ ਬੁਰੇ ਤਰੀਕੇ ਨਾਲ ਪੈਸਾ ਕਮਾਉਣਾ ਬਹੁਤ ਆਸਾਨ ਹੈ। ਮਿਹਨਤ ਨਾਲ ਪੈਸਾ ਕਮਾਉਣ ਦੇ ਲਈ ਥੋੜ੍ਹਾ ਜ਼ੋਰ ਜ਼ਰੂਰ ਲਗਾਉਣਾ ਪੈਂਦਾ ਹੈ, ਪਰ ਉਸ ਪੈਸੇ ਦੇ ਨਾਲ ਤੁਹਾਡਾ ਮਨ ਬਹੁਤ ਸ਼ਾਂਤ ਰਹੇਗਾ। ਤੁਹਾਡਾ ਅਧਿਆਤਮਿਕ ਜੀਵਨ ਜੋ ਹੈ ਉਹ ਬਹੁਤ ਉੱਚੇ ਲੈਵਲ ਦਾ ਹੋ ਜਾਵੇਗਾ। ਮਨ ਨੂੰ ਕੇਵਲ ਸੁਖਮਨਾ ਹੀ ਕੰਟਰੋਲ ਕਰ ਸਕਦੀ ਹੈ। ਈੜਾ ਤੇ ਪਿੰਗਲਾ ਜੋ ਨਾੜੀ ਹੈ ਬਹੁਤ ਚੰਚਲ ਹੈ। ਉਹ ਮਨ ਉਹਨਾਂ ਦੀ ਸੁਣਦਾ ਹੈ, ਉਹਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਆਪਾਂ ਅਧਿਆਤਮਿਕ ਜੀਵਨ ਵਿੱਚ ਜੋ ਪ੍ਰਾਪਤੀ ਕਰਨੀ ਹੈ ਉਹ ਹੈ ਸੁਖਮਨਾ ਨਾੜੀ। ਜਦੋਂ ਵੀ ਮਨ ਸੁਖਮਨਾ ਨਾੜੀ ਦੇ ਅਧੀਨ ਆਪਣਾ ਕਾਰਜ ਸ਼ੁਰੂ ਕਰ ਦੇਵੇਗਾ, ਇਸ ਨੇ ਆਪਣੇ ਆਪ ਹੀ ਅਗਿਆਨ ਰੂਪੀ ਹਨੇਰੇ ਦਾ ਤਿਆਗ ਕਰ ਦੇਣਾ ਹੈ। ਸਾਡਾ ਜੋ ਮਨ ਹੈ ਬਹੁਤ ਚੰਚਲ ਹੈ, ਲਗਾਤਾਰ ਵਿਚਾਰਾਂ ਦੇ ਚਿੰਤਨ ਵਿੱਚ ਗਵਾਚਿਆ ਰਹਿੰਦਾ ਹੈ। ਇਹ ਕਿਤੇ ਵੀ ਰੁਕਦਾ ਨਹੀਂ। ਅੱਗੇ ਚੱਲ ਕੇ ਜੋ ਆਪ ਜੀ ਨੂੰ ਦੱਸਿਆ ਜਾਵੇਗਾ, ਸੁਨ ਸਮਾਧ ਕੀ ਹੈ, ਅਨੰਦਨਾਦ ਕੀ ਹੈ, ਅਜਪਿਆ ਜਾਪ ਕੀ ਹੈ। ਜਦੋਂ ਸੁਖਮਨਾ ਨਾੜੀ ਪਹਿਲਾਂ ਪ੍ਰਗਟ ਹੁੰਦੀ ਹੈ ਤੇ ਆਪ ਨੂੰ ਨਾਦੀ ਸੰਖ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਈੜਾ ਤੇ ਪਿੰਗਲਾ ਨਾੜੀਆਂ ਪ੍ਰਗਟ ਹੋ ਜਾਂਦੀਆਂ ਹਨ ਤੇ ਆਪ ਜੀ ਨੂੰ ਬ੍ਰਹਮਨਾਦ ਸੁਣਾਈ ਦੇਵੇਗਾ। ਇਹਨਾਂ ਤਿੰਨਾਂ ਨਾੜੀਆਂ ਤੋਂ ਇਲਾਵਾ ਇੱਕ ਸੁਖਮਨਾ ਦਾ ਹੋਰ ਕੇਂਦਰ ਹੈ, ਉਹ ਹੈ ਜਨਨ ਇੰਦਰੀ ਅਤੇ ਧੁਨੀ ਦੇ ਵਿਚਕਾਰ। ਜ਼ਿਆਦਾਤਰ ਇਹ ਜਨਨ ਇੰਦਰੀ ਦੀ ਤਰਫ ਹੈ। ਜਦੋਂ ਵੀ ਉਸ ਚੱਕਰ ਦੇ ਵਿੱਚ ਹਲਚਲ ਹੋਈ ਤਾਂ ਆਪ ਨੂੰ ਪਤਾ ਲੱਗੇਗਾ ਕਿ ਅਗਲੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਫੜਫੜਾਹਟ ਹੋ ਰਹੀ ਹੈ, ਕੋਈ ਚੀਜ਼ ਹਿੱਲ ਹੁੱਲ ਕੇ ਉੱਪਰ ਨੂੰ ਜਾ ਰਹੀ ਹੈ। ਉਹਦਾ ਅਨੁਭਵ ਤੁਹਾਨੂੰ ਹੋਏਗਾ ਰਿਬ ਕੇਜ 'ਤੇ, ਜਿੱਥੇ ਆਪਣੀਆਂ ਪਸਲੀਆਂ ਸ਼ੁਰੂ ਹੁੰਦੀਆਂ ਨੇ ਨਾ, ਉਸ ਜਗ੍ਹਾ 'ਤੇ ਪ੍ਰਕਾਸ਼ ਨੇ ਟਕਰਾਉਣਾ ਹੈ। ਬਾਅਦ ਦੇ ਵਿੱਚ ਈੜਾ ਤੇ ਪਿੰਗਲਾ ਤੇ ਸੁਖਮਨਾ ਦੇ ਪਹਿਲੇ ਚੱਕਰ ਦੇ ਨਾਲ ਜੋ ਪ੍ਰਕਾਸ਼ ਚੱਲ ਰਿਹਾ ਸੀ ਉਹਦੇ ਨਾਲ ਮਿਲ ਕੇ ਉੱਪਰ ਨੂੰ ਆਪਣੀ ਯਾਤਰਾ ਸ਼ੁਰੂ ਕਰ ਦੇਣੀ ਹੈ। ਤੇ ਇਸ ਨਾਦ ਦੀ ਆਵਾਜ਼ ਆਪ ਨੂੰ ਲਗਾਤਾਰ ਸੁਣਾਈ ਦੇਵੇਗੀ। ਅਗਰ ਕਿਸੇ ਕਾਰਨ ਆਪ ਜੀ ਨੂੰ ਨਾਦ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਤਾਂ ਆਪ ਔਨਲਾਈਨ ਈਅਰ ਪਲੱਗ ਮੰਗਵਾ ਲੈਣਾ। ਈਅਰ ਪਲੱਗ ਮੰਗਵਾਉਣ ਦਾ ਲਿੰਕ ਮੈਂ ਆਪ ਨੂੰ ਭੇਜ ਦੇਵਾਂਗਾ। ਆਪ ਮੈਨੂੰ WhatsApp ਮੈਸੇਜ ਕਰ ਦੇਣਾ। ਮੇਰਾ ਨੰਬਰ ਹੈ 9023631794।
ਸਾਡੇ ਮਸਤਕ ਦੇ ਵਿੱਚ 3 ਚੱਕਰ ਹਨ। ਜਿੰਨਾ ਚਿਰ ਤੱਕ ਇਹ ਤਿੰਨੇ ਨਾੜੀਆਂ ਦਾ ਪ੍ਰਕਾਸ਼ ਉਹਨਾਂ ਚੱਕਰਾਂ ਦੇ ਵਿੱਚ ਪ੍ਰਵੇਸ਼ ਨਹੀਂ ਕਰ ਜਾਂਦਾ, ਉਹਨਾਂ ਚਿਰ ਤੱਕ ਸਾਡਾ ਪ੍ਰਵੇਸ਼ ਸੁੰਨ ਮੰਡਲ ਦੇ ਵਿੱਚ ਨਹੀਂ ਹੋ ਸਕਦਾ। ਸੁੰਨ ਮੰਡਲ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਾਡੇ ਸਰੀਰ ਨੂੰ ਇੱਕ ਕਿਰਿਆ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਇਸ ਕਿਰਿਆ ਦੇ ਵਿੱਚ ਕੀ ਹੋਵੇਗਾ ਕਿ ਆਪ ਜੀ ਦਾ ਸਰੀਰ ਕੁਝ ਦਿਨ ਜ਼ਰੂਰ ਕੰਬੇਗਾ। ਕੁਝ ਦਿਨ ਲਈ ਆਪ ਜੀ ਦੇ ਦੰਦੋੜਿੱਕੇ ਵੀ ਵੱਜਣੇ ਹਨ। ਹੋ ਸਕੇ ਤੇ ਆਪ ਲੰਮੇ ਪੈ ਕੇ ਸਾਧਨਾ ਕਰਨੀ ਹੈ। ਜੇਕਰ ਆਪ ਨੂੰ ਕੋਈ ਮੁਸ਼ਕਲ ਆ ਰਹੀ ਹੈ, ਅਗਰ ਆਪ ਬੈਠ ਕੇ ਸਾਧਨਾ ਨਹੀਂ ਕਰ ਪਾ ਰਹੇ ਹੋ ਤਾਂ ਪਰਮ ਅਵਸਥਾ ਦੇ ਵਿੱਚ ਲੀਨ ਹੋਣ ਦੇ ਲਈ ਮਨੁੱਖ ਦੇ ਸਰੀਰ ਨੂੰ ਇਸ ਕਿਰਿਆ ਦੇ ਵਿੱਚੋਂ ਦੀ ਹੀ ਲੰਘ ਕੇ ਜਾਣਾ ਪਵੇਗਾ। ਆਤਮ ਤੱਤ ਵਿੱਚ ਸੁਰਤੀ ਦਾ ਪ੍ਰਵੇਸ਼ ਕਰਾ ਦੇਣਾ ਕੋਈ ਆਸਾਨ ਕਾਰਜ ਨਹੀਂ ਹੈ। ਇਸ ਲਈ ਸਹਿਜ ਮਾਰਗ ਹੀ ਸਭ ਤੋਂ ਵਧੀਆ ਹੈ। ਕਾਹਲੀ ਨਹੀਂ ਪੈਣਾ, ਹਰ ਦਿਨ ਲਗਾਤਾਰ ਯਾਤਰਾ ਕਰਦੇ ਹੀ ਜਾਣਾ ਹੈ। ਪਰਮਾਤਮਾ ਬਹੁਤ ਵਿਸ਼ਾਲ ਹੈ। ਜੇਕਰ ਅਸੀਂ ਉਸ ਨੂੰ ਲੱਭਣ ਵਾਸਤੇ ਬਾਹਰ ਯਾਤਰਾ ਕਰਦੇ ਹਾਂ ਤੇ ਸਾਡਾ ਮਿਲਣ ਪਰਮਾਤਮਾ ਦੇ ਨਾਲ ਕਦੇ ਵੀ ਨਹੀਂ ਹੋ ਸਕਦਾ। ਨਿਰਗੁਣ ਸਰੂਪ ਰੂਪੀ ਜੋ ਪਰਮਾਤਮਾ ਹੈ, ਉਸ ਨੂੰ ਅਨੁਭਵ ਕਰਨ ਦੇ ਲਈ ਸਾਨੂੰ ਆਪਣੇ ਅੰਤਰਾਕਰਣ ਦੇ ਵਿੱਚ ਹੀ ਪ੍ਰਵੇਸ਼ ਕਰਨਾ ਪੈਣਾ ਹੈ। ਹਰ ਦਿਨ ਨਿਰਵਿਚਾਰ ਹੋ ਕੇ ਅਸੀਂ ਉਸ ਪਰਮ ਸ਼ਕਤੀ ਦਾ ਇੰਤਜ਼ਾਰ ਕਰਨਾ ਹੈ। ਹੌਲੀ ਹੌਲੀ ਕਰਕੇ ਅਗਿਆਨ ਰੂਪੀ ਜੋ ਦੀਵਾਰ ਸੀ, ਜੋ ਕਾਰਨ ਸਰੀਰ ਸੀ, ਉਸ ਨੇ ਆਪਣੇ ਆਪ ਹੀ ਨਸ਼ਟ ਹੋ ਜਾਣਾ ਹੈ ਅਤੇ ਸਾਡਾ ਪ੍ਰਵੇਸ਼ ਸਦਾ ਲਈ ਆਤਮ ਤੱਤ ਵਿੱਚ ਹੋ ਜਾਵੇਗਾ। ਧਿਆਨ ਸਿਮਰਨ ਦੇ ਵਿੱਚ ਕੇਵਲ ਆਪਾਂ ਇਹ ਕਾਰਜ ਕਰਨਾ ਹੈ, ਆਪਾਂ ਜੋ ਵੀ ਕੁਝ ਕਰ ਰਹੇ ਹਾਂ ਉਸ ਨੂੰ ਬੰਦ ਕਰਨਾ ਹੈ। ਪਰਮਾਤਮਾ ਅਕਿਰਿਆ ਤੱਤ ਹੈ, ਕਿਰਿਆ ਤੋਂ ਰਹਿਤ ਹੈ। ਇਸੇ ਲਈ ਸਾਨੂੰ ਵੀ ਉਸ ਅਵਸਥਾ ਵਿੱਚ ਜਾਣਾ ਪਵੇਗਾ, ਤਾਂ ਹੀ ਸਾਡਾ ਜੋ ਉਸ ਸ਼ਕਤੀ ਦੇ ਨਾਲ ਸੰਪਰਕ ਸਥਾਪਿਤ ਹੋ ਸਕਦਾ ਹੈ। ਕੋਈ ਵੀ ਕਿਰਿਆ ਸਾਨੂੰ ਪਰਮਾਤਮਾ ਤੋਂ ਦੂਰ ਹੀ ਲੈ ਕੇ ਜਾਂਦੀ ਹੈ। ਇਸ ਲਈ ਕਿਰਿਆ ਰਹਿਤ ਅਵਸਥਾ ਦੇ ਵਿੱਚ ਅਸੀਂ ਜਾਣਾ ਹੈ, ਉੱਥੇ ਸਥਿਰ ਹੋਣਾ ਹੈ। ਜਦੋਂ ਵੀ ਈੜਾ ਪਿੰਗਲਾ ਤੇ ਸੁਖਮਨਾ ਦਾ ਪ੍ਰਕਾਸ਼ ਪ੍ਰਗਟ ਹੋ ਗਿਆ ਤਾਂ ਲੱਖਾਂ ਦੀ ਗਿਣਤੀ ਵਿੱਚ ਜੁਗਨੂ ਤੱਤੇ ਤੇ ਠੰਡੇ ਪ੍ਰਕਾਸ਼ ਦੇ ਰੂਪ 'ਚ ਉੱਪਰ ਨੂੰ ਟਰੈਵਲ ਕਰਨਗੇ ਤੇ ਫਿਰ ਤੀਜੇ ਨੇਤਰ ਵਿੱਚ ਪ੍ਰਵੇਸ਼ ਕਰਦੇ ਜਾਣਗੇ। ਜਿਸ ਤਰ੍ਹਾਂ ਪਰਾਗ ਦੇ ਵਿੱਚ ਜਮਨਾ, ਗੰਗਾ ਤੇ ਸਰਸਵਤੀ ਦਾ ਮੇਲ ਹੁੰਦਾ ਹੈ, ਉਸੇ ਹੀ ਤਰ੍ਹਾਂ ਤ੍ਰਿਕੋਟੀ ਦੇ ਵਿੱਚ ਈੜਾ ਪਿੰਗਲਾ ਅਤੇ ਸੁਖਮਨਾ ਦਾ ਮੇਲ ਹੋਵੇਗਾ। ਮਨ ਰੂਪੀ ਸ਼ਕਤੀ ਨੂੰ ਜਿੱਤ ਲੈਣਾ ਕੋਈ ਆਸਾਨ ਕਾਰਜ ਨਹੀਂ ਹੈ। ਇਸ ਨੂੰ ਕੇਵਲ ਯੁਕਤੀ ਦੇ ਨਾਲ ਹੀ ਆਪਣੇ ਵਸ ਵਿੱਚ ਕੀਤਾ ਜਾ ਸਕਦਾ ਹੈ। ਮਨ ਜੀਤੇ ਜਗ ਜੀਤ ਕੋਈ ਮਾਮੂਲੀ ਕਾਰਜ ਨਹੀਂ ਹੈ ਮਨ ਨੂੰ ਜਿੱਤ ਲੈਣਾ। ਕਾਰਨ ਸਰੀਰ ਵਿੱਚ ਜਿੰਨੇ ਜ਼ਿਆਦਾ ਸੰਸਕਾਰ ਇਕੱਠੇ ਹੋਈ ਜਾਣਗੇ, ਮਨ ਓਨਾ ਹੀ ਜ਼ਿਆਦਾ ਚੰਚਲ ਹੁੰਦਾ ਜਾਂਦਾ ਹੈ। ਅਸੀਂ ਬਾਰ-ਬਾਰ ਚਿੰਤਨ ਕਰਕੇ ਆਪਣੇ ਮਨ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਕਰ ਦਿੱਤਾ ਹੈ। ਇਸ ਕਰਕੇ ਮਨ ਦਿਨ ਰਾਤ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਸਾਡੇ ਮਸਤਕ ਦੇ ਅੰਦਰ ਬਹੁਤ ਘੱਟ ਮਾਤਰਾ ਵਿੱਚ ਪ੍ਰਕਾਸ਼ ਪ੍ਰਵੇਸ਼ ਕਰਦਾ ਹੈ। ਇਸ ਕਰਕੇ ਮਨ ਆਪਣੀ ਮਨਮਰਜ਼ੀ ਕਰ ਰਿਹਾ ਹੈ। ਅਸੀਂ ਸਾਧਨਾ ਦੀ ਮਦਦ ਨਾਲ ਇਸ ਪ੍ਰਕਾਸ਼ ਰੂਪੀ ਸ਼ਕਤੀ ਨੂੰ ਪ੍ਰਚੰਡ ਰੂਪ ਵਿੱਚ ਪ੍ਰਗਟ ਕਰਕੇ ਆਪਣੇ ਤੀਜੇ ਮਿੱਤਰ ਦੇ ਰਾਹੀਂ ਮਸਤਕ ਵਿੱਚ ਲੈ ਕੇ ਜਾਣਾ ਹੈ। ਉਸ ਤੋਂ ਬਾਅਦ ਹੀ ਇਸ ਮਨ ਨੇ ਸ਼ਾਂਤ ਹੋਣਾ ਹੈ। ਜਿਹੜੀ ਸੁਰਤੀ ਹੈ ਉਹ ਆਤਮ ਤੱਤ ਚੋਂ ਬਾਹਰ ਆ ਗਈ ਹੈ। ਆਤਮਾ ਦੀ ਸ਼ਕਤੀ ਸੁਰਤੀ ਹੈ, ਸੁਰਤੀ ਦੀ ਸ਼ਕਤੀ ਜਿਹੜੀ ਹੈ ਉਹ ਮਨ ਹੈ। ਇਸ ਪ੍ਰਕਾਸ਼ ਨੇ ਸੁਰਤੀ ਨੂੰ ਵਾਪਸ ਧੱਕ ਕੇ ਆਤਮ ਤੱਤ ਵਿੱਚ ਲੀਨ ਕਰ ਦੇਣਾ ਹੈ। ਬਾਅਦ ਦੇ ਵਿੱਚ ਉਸ ਰਸਤੇ ਨੂੰ ਵੀ ਬੰਦ ਕਰ ਦੇਣਾ ਹੈ। ਅਸੀਂ ਆਪਣਾ ਜੀਵਨ ਬਿਨਾਂ ਵਿਚਾਰਾਂ ਤੋਂ ਵੀ ਬਤੀਤ ਕਰ ਸਕਦੇ ਹਾਂ। ਉਹ ਬਹੁਤ ਹੀ ਆਨੰਦਮਈ ਅਵਸਥਾ ਹੈ। ਮਨ ਹਮੇਸ਼ਾ ਹੀ ਜਾਂ ਤਾਂ ਭੂਤਕਾਲ ਵਿੱਚ ਘੁੰਮ ਰਿਹਾ ਹੈ ਜਾਂ ਭਵਿੱਖ ਕਾਲ ਵਿੱਚ ਘੁੰਮ ਰਿਹਾ ਹੈ। ਮਨ ਕਦੇ ਵੀ ਵਰਤਮਾਨ ਕਾਲ ਵਿੱਚ ਨਹੀਂ ਆਉਂਦਾ, ਕਿਉਂਕਿ ਜਦੋਂ ਵੀ ਮਨ ਵਰਤਮਾਨ ਕਾਲ ਵਿੱਚ ਆਵੇਗਾ ਇਸ ਦੀ ਮੌਤ ਹੋ ਜਾਣੀ ਹੈ। ਧਾਰਮਿਕ ਜੀਵਨ ਦਾ ਕੇਵਲ ਇੰਨਾ ਹੀ ਕਾਰਜ ਹੈ, ਆਪਣੇ ਮਨ ਨੂੰ ਵਿਚਾਰਾਂ ਰੂਪੀ ਔਗੁਣਾਂ ਤੋਂ ਮੁਕਤ ਕਰਕੇ ਆਤਮ ਤੱਤ ਵਿੱਚ ਲੀਨ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।